ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਧਰੂਵ ਭਗਤ ਦੇ ਨਾਲ ਮਿਲਾਉਂਦੇ ਹਨ ਤਾਂ ਆਓ ਇਸ ਬਾਰੇ ਜਾਣਦੇ ਹਾਂ ਕੀ ਗੱਲਬਾਤ ਹੁੰਦੀ ਹੈ ਅਤੇ ਕੀ ਚਮਤਕਾਰ ਹੁੰਦੇ ਹਨ। ਜਗਤ ਦਾ ਉਧਾਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਦੇ ਨਾਲ ਸੁਮੇਰ ਪਰਬਤ ਤੋਂ ਕਾਫੀ ਅੱਗੇ ਇੱਕ ਉੱਚੇ ਪਹਾੜ ਉੱਤੇ ਪਹੁੰਚ ਜਾਂਦੇ ਹਨ। ਤਾਂ ਭਾਈ ਮਰਦਾਨਾ ਪੁੱਛਣ ਲੱਗਾ ਕਿ ਪਾਤਸ਼ਾਹ ਜੀ, ਮੈਨੂੰ ਤਾਂ ਇੱਥੇ ਕੋਈ ਤਾਰਾ ਵੀ ਨਜ਼ਰ ਨਹੀਂ ਆਉਂਦਾ ਅਤੇ ਇੱਥੇ ਕਿਸ ਚੀਜ਼ ਦਾ ਪ੍ਰਕਾਸ਼ ਆ ਰਿਹਾ ਹੈ, ਚਾਨਣ ਹੋ ਰਿਹਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਾਰੇ ਹੀ ਤਾਰੇ ਆਪਣੇ ਤੋਂ ਥੱਲੇ ਰਹਿ ਗਏ ਹਨ ਅਤੇ ਤੁਸੀਂ ਥੱਲੇ ਨਜ਼ਰ ਮਾਰੋ ਤਾਂ ਤੁਹਾਨੂੰ ਤਾਰੇ ਨਜ਼ਰ ਆਉਣਗੇ। ਸਾਡੇ ਉੱਤੇ ਤਾਂ ਸਿਰਫ ਇੱਕ ਹੀ ਤਾਰਾ ਨਜ਼ਰ ਆ ਰਿਹਾ ਹੈ ਜਿਸ ਦਾ ਨਾਮ ਧਰੂ ਹੈ। ਇਸ ਦਾ ਇੱਥੇ ਬਹੁਤ ਵੱਡਾ ਪ੍ਰਕਾਸ਼ ਹੈ, ਜਿਸ ਨੇ ਇੱਥੇ ਬਹੁਤ ਛੋਟੀ ਉਮਰ ਵਿੱਚ ਤਪ ਕੀਤਾ ਸੀ। ਸਭ ਤੋਂ ਉੱਤੇ ਇਸ ਦਾ ਹੀ ਰਾਜ ਹੈ, ਬਹੁਤ ਵੱਡੀ ਸੋਭਾ ਦੇ ਨਾਲ ਇਹ ਇੱਥੇ ਵਿਰਾਜਮਾਨ ਹੈ। ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ ਪਾਤਸ਼ਾਹ ਜੀ, ਕਿ ਜਿਹੜਾ ਇਹ ਪ੍ਰਸੰਗ ਵਾਪਰਿਆ ਹੈ ਉਹ ਥਾਂ ਤਾਂ ਬਹੁਤ ਉੱਚੀ ਹੈ। ਛੋਟੀ ਉਮਰ ਵਿੱਚ ਉਸ ਨੇ ਕਿਉਂ ਤਪ ਕੀਤਾ ਸੀ, ਕਿਸ ਕਾਰਨ ਤਪ ਕੀਤਾ ਸੀ, ਤੁਸੀਂ ਮੈਨੂੰ ਇਸ ਬਾਰੇ ਵਿਸਤਾਰ ਦੇ ਨਾਲ ਦੱਸੋ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਇੱਥੋਂ ਦਾ ਇੱਕ ਰਾਜਾ ਹੋਇਆ ਕਰਦਾ ਸੀ, ਉਸ ਦਾ ਨਾਮ ਉਤਾਨ ਪਾਠ ਸੀ, ਜਿਸ ਦਾ ਧਰਤੀ ਉੱਤੇ ਬਹੁਤ ਵੱਡਾ ਰਾਜ ਸੀ ਅਤੇ ਉਸ ਦੇ ਘਰ 2 ਇਸਤਰੀਆਂ ਸਨ, 2 ਘਰ ਵਾਲੀਆਂ ਸਨ। ਇੱਕ ਨੂੰ ਤਾਂ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਇੱਕ ਨੂੰ ਨਹੀਂ ਕਰਦਾ ਸੀ। ਜਿਸ ਪਤਨੀ ਨੂੰ ਉਹ ਬੜਾ ਪਿਆਰ ਕਰਦਾ ਸੀ ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਜਿਸ ਪਤਨੀ ਨੂੰ ਉਹ ਪਿਆਰ ਨਹੀਂ ਸੀ ਕਰਦਾ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਧਰੂ ਰੱਖਿਆ ਗਿਆ। ਜਦੋਂ ਧਰੂ ਦੀ 5 ਸਾਲ ਉਮਰ ਹੋਈ ਤਾਂ ਉਹ ਖੇਡਦਾ ਆਪਣੀ ਪਿਤਾ ਦੀ ਗੋਦ ਵਿੱਚ ਚਲਿਆ ਜਾਂਦਾ ਹੈ ਅਤੇ ਧਰੂ ਆਪਣੇ ਪਿਤਾ ਦੀ ਗੋਦੀ ਵਿੱਚ ਬੈਠ ਕੇ ਬੜਾ ਪ੍ਰਸੰਨ ਹੁੰਦਾ ਹੈ। ਤਾਂ ਇੰਨੇ ਚਿਰ ਨੂੰ ਉਸ ਦੀ ਮਤਰੇਈ ਮਾਂ ਆ ਜਾਂਦੀ ਹੈ ਅਤੇ ਉਹ ਧਰੂ ਨੂੰ ਵੇਖ ਕੇ ਬੜੀ ਗੁੱਸੇ ਹੁੰਦੀ ਹੈ ਅਤੇ ਉਸ ਨੇ ਧਰੂ ਨੂੰ ਬਾਹੋਂ ਫੜ ਕੇ ਪਿਤਾ ਦੀ ਗੋਦ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੱਤਾ ਅਤੇ ਉਸ ਨੂੰ ਬੜੇ ਭੈੜੇ ਬੋਲ ਬੋਲੀ ਅਤੇ ਕਹਿਣ ਲੱਗੀ ਕਿ ਜੇਕਰ ਤੈਨੂੰ ਤੇਰੇ ਪਿਤਾ ਦੀ ਗੋਦ ਵਿੱਚ ਬੈਠਣ ਦਾ ਇੰਨਾ ਹੀ ਚਾਅ ਹੈ ਤਾਂ ਮੇਰੇ ਪੇਟੋਂ ਜਨਮ ਲੈਂਦਾ। ਤਾਂ ਧਰੂ ਉੱਚੀ ਉੱਚੀ ਰੋਂਦਾ ਹੋਇਆ ਆਪਣੀ ਮਾਂ ਦੇ ਕੋਲ ਚਲਾ ਜਾਂਦਾ ਹੈ। ਤਾਂ ਮਾਂ ਆਪਣੀ ਪੁੱਤਰ ਨੂੰ ਪੁੱਛਣ ਲੱਗੀ ਕਿ ਪੁੱਤਰ, ਕੀ ਗੱਲ ਹੈ, ਤੂੰ ਰੋਈ ਕਿਉਂ ਜਾਂਦਾ ਹੈ। ਤਾਂ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਅਤੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ, ਮੇਰਾ ਬਾਪ ਮੇਰੀ ਮਤਰੇਈ ਮਾਂ ਨੂੰ ਤਾਂ ਇੰਨਾ ਪਿਆਰ ਕਰਦਾ ਹੈ ਅਤੇ ਤੈਨੂੰ ਕਿਉਂ ਨਹੀਂ ਕਰਦਾ। ਤਾਂ ਉਸ ਦੀ ਮਾਂ ਕਹਿਣ ਲੱਗੀ, ਪੁੱਤਰਾ, ਉਸ ਨੇ ਕੋਈ ਚੰਗੇ ਕਰਮ ਕੀਤੇ ਹੋਣੇ ਹੈ ਤਾਂ ਉਸ ਨੂੰ ਇੰਨਾ ਸੁੱਖ ਮਿਲਿਆ ਹੈ, ਇੰਨਾ ਰਾਜ ਭਾਗ ਮਿਲਿਆ ਹੈ। ਮੈਂ ਕੋਈ ਪਿਛਲੇ ਜਨਮ ਵਿੱਚ ਮਾੜੇ ਕਰਮ ਕੀਤੇ ਹੋਣੇ ਹੈ ਜਿਹੜੇ ਮੈਨੂੰ ਇਸ ਜਨਮ ਵਿੱਚ ਭੋਗਣੇ ਪੈ ਰਹੇ ਹਨ। ਤਾਂ ਇਸ ਤਰ੍ਹਾਂ ਗੱਲਾਂ ਕਰਦੀ ਹੋਈ ਉਸ ਦੀ ਮਾਂ ਨਾਲੇ ਤਾਂ ਰੋਈ ਜਾਂਦੀ ਹੈ ਅਤੇ ਨਾਲੇ ਹੀ ਆਪਣੇ ਪੁੱਤਰ ਨੂੰ ਆਪਣੀ ਗੋਦ ਵਿੱਚ ਲੈ ਲਿਆ ਅਤੇ ਕਹਿਣ ਲੱਗੀ, ਪੁੱਤਰਾ, ਕਿਸੇ ਨੂੰ ਵੀ ਕੋਈ ਦੁੱਖ ਨਹੀਂ ਦਿੰਦਾ, ਇਹ ਸੁੱਖ ਦੁੱਖ ਆਪਣੇ ਕਰਮਾਂ ਦੇ ਹੁੰਦੇ ਹਨ। ਜੇਕਰ ਤੇਰੇ ਮਨ ਵਿੱਚ ਰਾਜ ਭਾਗ ਦੀ ਅਭਿਲਾਸ਼ਾ ਹੈ ਤਾਂ ਤੁਸੀਂ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਅਤੇ ਉਸ ਪਰਮਾਤਮਾ ਦੇ ਨਾਲ ਜੋੜ ਕੇ ਚੰਗੇ ਕਰਮ ਕਰੋ ਤੇ ਚੰਗੇ ਕਰਮ ਕਰਕੇ ਉੱਚਾ ਅਹੁਦਾ ਪ੍ਰਾਪਤ ਕਰੋ। ਮਨ ਕਰਮ ਕਰਕੇ ਅਤੇ ਬਚਨ ਕਰਕੇ ਉਸ ਪਰਮਾਤਮਾ ਦੀ ਸ਼ਰਨ ਲਵੋ ਜਿਸ ਦੀ ਬਣਾਈ ਹੋਈ ਇਹ ਰਚਨਾ ਹੈ ਅਤੇ ਛੇਤੀ ਹੀ ਤੁਹਾਨੂੰ ਫਲ ਮਿਲੇਗਾ। ਧਰੂ ਜਦ ਮਾਂ ਦੀਆਂ ਗੱਲਾਂ ਸੁਣਦਾ ਹੈ ਤਾਂ ਉਸ ਦੇ ਮਨ ਵਿੱਚ ਧੀਰਜ ਅਤੇ ਉਹ ਆਪਣਾ ਮਨ ਬਣਾ ਲੈਂਦਾ ਹੈ। ਉਸ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੇਕਰ ਪਰਮਾਤਮਾ ਦੀ ਭਗਤੀ ਕਰਕੇ ਮੇਰੀ ਮਾਂ ਨੂੰ ਉਹਦੇ ਹਿੱਸੇ ਦਾ ਰਾਜ ਭਾਗ ਸੁੱਖ ਮਿਲ ਸਕਦਾ ਹੈ ਤਾਂ ਮੈਂ ਜ਼ਰੂਰ ਭਗਤੀ ਕਰਾਂਗਾ, ਜ਼ਰੂਰ ਤਪ ਕਰਾਂਗਾ। ਤਾਂ ਇੰਨੀ ਗੱਲ ਸੋਚ ਕੇ ਉਹ ਜੰਗਲਾਂ ਦੇ ਵੱਲ ਤੁਰ ਪੈਂਦਾ ਹੈ ਅਤੇ ਰਾਤ ਦਾ ਵੇਲਾ ਸੀ ਤਾਂ ਰਸਤੇ ਦੇ ਵਿੱਚ ਤੁਰਿਆ ਜਾਂਦਾ ਹੈ। ਪੂਰਾ ਜੰਗਲ ਆ ਜਾਂਦਾ ਹੈ। ਜੰਗਲ ਦੇ ਵਿੱਚ ਜਾਂਦਿਆਂ ਜਾਂਦਿਆਂ ਉਸ ਨੂੰ ਨਾਰਦ ਮੁਨੀ ਜੀ ਮਿਲ ਜਾਂਦੇ ਹਨ ਅਤੇ ਦੇਖਦੇ ਹਨ ਕਿ ਛੋਟਾ ਜਿਹਾ ਬਾਲਕ ਇੰਨੀ ਰਾਤ ਪਏ ਜੰਗਲ ਦੇ ਵਿੱਚ ਜਾ ਰਿਹਾ ਹੈ, ਕੀ ਕਾਰਨ ਹੈ, ਕਿਉਂ ਜਾ ਰਿਹਾ ਹੈ।
ਤਾਂ ਨਾਰਦ ਮੁਨੀ ਬੜੇ ਪ੍ਰੇਮ ਨਾਲ ਧਰੁਵ ਭਗਤ ਨੂੰ ਪੁੱਛਦੇ ਹਨ ਕਿ ਬੇਟਾ ਤੁਸੀਂ ਕਿੱਧਰ ਜਾ ਰਹੇ ਹੋ? ਇੰਨੀ ਰਾਤ ਹੈ, ਤੇਰੀ ਮਾਤਾ ਤੈਨੂੰ ਉਡੀਕਦੀ ਹੋਵੇਗੀ। ਤਾਂ ਧਰੁਵ ਭਗਤ ਕਹਿਣ ਲੱਗਾ, ਮੈਂ ਜੰਗਲਾਂ ਦੇ ਵਿੱਚ ਤਪ ਕਰਨ ਜਾ ਰਿਹਾ ਹਾਂ। ਮੈਂ ਆਪਣੀ ਮਾਂ ਨੂੰ ਉਸ ਦੇ ਹਿੱਸੇ ਦਾ ਰਾਜ ਭਾਗ ਦਿਵਾਉਣਾ ਚਾਹੁੰਦਾ ਹਾਂ। ਇਸ ਜੱਗ ਉੱਤੇ ਮੈਂ ਆਪਣੀ ਮਾਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹਾਂ। ਉਸ ਦੀ ਇਹ ਗੱਲ ਸੁਣ ਕੇ ਨਾਰਦ ਮੁਨੀ ਜੀ ਮਨ ਵਿੱਚ ਸੋਚਦੇ ਹਨ ਕਿ ਇਸ ਬਾਲਕ ਦੇ ਮਨ ਵਿੱਚ ਆਪਣੀ ਮਤਰੇਈ ਮਾਂ ਦੇ ਬੋਲਾਂ ਦੀ ਬੜੀ ਡੂੰਘੀ ਸੱਟ ਵੱਜੀ ਹੈ। ਤਾਂ ਨਾਰਦ ਮੁਨੀ ਜੀ ਬੜੇ ਪ੍ਰਸੰਨ ਹੁੰਦੇ ਹਨ ਅਤੇ ਵਚਨ ਕਰਦੇ ਹਨ ਕਿ ਹੇ ਬਾਲਕ, ਤੇਰੀ ਉਮਰ ਤਾਂ ਖੇਡਣ ਪਹਿਨਣ ਦੀ ਹੈ ਅਤੇ ਤੂੰ ਇਸ ਤੋਂ ਬੇਮੁਖ ਕਿਉਂ ਹੋਣਾ ਚਾਹੁੰਦਾ ਹੈ? ਜੇ ਤੁਸੀਂ ਨਾਮ ਪ੍ਰਾਪਤ ਕਰਨ ਦੀ ਇੱਛਾ ਪ੍ਰਾਪਤ ਕਰ ਲਈ ਹੈ ਤਾਂ ਤੁਸੀਂ ਮੇਰੀ ਗੱਲ ਸੁਣੋ। ਜਦੋਂ ਇਨਸਾਨ ਨੂੰ ਗਿਆਨ ਮਿਲਦਾ ਹੈ, ਫਿਰ ਦੁਸ਼ਮਣ, ਮਿੱਤਰ, ਦੁੱਖ ਅਤੇ ਸੁੱਖ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਤਪ ਕਰਨ ਤੋਂ ਤੇਰੀ ਇਹ ਹਾਲਤ ਹੋਵੇਗੀ, ਇਸ ਲਈ ਤੁਸੀਂ ਵਾਪਸ ਮੁੜ ਜਾਵੋ। ਤੁਹਾਡੀ ਉਮਰ ਬਹੁਤ ਛੋਟੀ ਹੈ, ਇਸ ਲਈ ਤੁਸੀਂ ਘਰ ਵਾਪਸ ਚਲੇ ਜਾਓ। ਜਦ ਤੁਸੀਂ ਜਵਾਨ ਹੋ ਜਾਓਗੇ ਤਾਂ ਜਿੱਦਾਂ ਤੁਹਾਡੀ ਮਰਜ਼ੀ ਹੋਵੇਗੀ ਉੱਦਾਂ ਹੀ ਕਰ ਲੈਣਾ। ਤਾਂ ਇਹ ਗੱਲ ਸੁਣ ਕੇ ਧਰੁਵ ਭਗਤ ਕਹਿਣ ਲੱਗਾ, ਮੈਂ ਬਹੁਤ ਵੱਡੀ ਪਦਵੀ ਪ੍ਰਾਪਤ ਕਰਨੀ ਹੈ। ਮੇਰੀ ਇੱਛਾ ਇਹ ਹੈ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਸਾਰਾ ਜੱਗ ਹੀ ਜਾਣੇ, ਸਾਰਾ ਜਹਾਨ ਹੀ ਜਾਣੇ ਅਤੇ ਮੇਰੀ ਮਾਂ ਦੀ ਇਸ ਸੰਸਾਰ ਉੱਤੇ ਵਾਹ ਹੋਣੀ ਚਾਹੀਦੀ ਹੈ। ਤੁਸੀਂ ਮੈਨੂੰ ਕੋਈ ਇੱਦਾਂ ਦਾ ਰਸਤਾ ਦੱਸੋ ਅਤੇ ਮੈਨੂੰ ਕੋਈ ਜੁਗਤੀ ਦੱਸੋ ਜਿਸ ਨਾਲ ਮੈਂ ਭਗਤੀ ਅਤੇ ਸ਼ਕਤੀ ਦੋਨੋਂ ਪਾ ਲਵਾਂ। ਤਾਂ ਨਾਰਦ ਮੁਨੀ ਕਹਿਣ ਲੱਗੇ ਕਿ ਤੁਸੀਂ ਜਮਨਾ ਦੇ ਕਿਨਾਰੇ ਚਲੇ ਜਾਓ ਅਤੇ ਯੋਗ ਆਸਣ ਲਾ ਕੇ ਬੈਠ ਜਾਓ। ਮਨ ਸ਼ਾਂਤ ਅਤੇ ਮਨ ਦੀ ਇਕਾਗਰਤਾ ਬਣਾ ਕੇ ਉਸ ਪਰਮਾਤਮਾ ਨੂੰ ਯਾਦ ਕਰਨਾ ਅਤੇ ਉਸ ਪਰਮਾਤਮਾ ਦੀ ਭਗਤੀ ਕਰਨਾ। ਧਰੁਵ ਭਗਤ ਉਸੇ ਤਰ੍ਹਾਂ ਹੀ ਕਰਦਾ ਹੈ, ਜਾ ਕੇ ਸਮਾਧੀ ਲਾ ਕੇ ਬੈਠ ਜਾਂਦਾ ਹੈ ਅਤੇ ਨਿਰਮਲ ਮਨ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੰਦਾ ਹੈ। ਮਨ ਦੀ ਇਕਾਗਰਤਾ ਬਣਾ ਲੈਂਦਾ ਹੈ ਅਤੇ ਇੱਧਰ ਨਾਰਦ ਮੁਨੀ ਜੀ ਉਸ ਰਾਜੇ ਕੋਲ ਜਾਂਦਾ ਹੈ, ਧਰੁਵ ਭਗਤ ਦੇ ਪਿਤਾ ਕੋਲ ਜਾਂਦਾ ਹੈ। ਜਾ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਆਪਣੇ ਪੁੱਤਰ ਨੂੰ ਜੰਗਲ ਦੇ ਵਿੱਚੋਂ ਵਾਪਸ ਲੈ ਆਓ। ਉਹ ਭੁੱਖਾ ਪਿਆਸਾ ਤਪ ਕਰ ਰਿਹਾ ਹੈ ਤੇ ਉਸ ਨੂੰ ਉਸ ਦੇ ਹਿੱਸੇ ਦਾ ਰਾਜ ਭਾਗ ਦੇ ਦੇਵੋ। ਇੰਨੀ ਗੱਲ ਕਹਿ ਕੇ ਨਾਰਦ ਮੁਨੀ ਉੱਥੋਂ ਚਲਿਆ ਜਾਂਦਾ ਹੈ। ਤਾਂ ਰਾਜੇ ਨੇ ਨਾਰਦ ਮੁਨੀ ਦੀ ਗੱਲ ਸੁਣ ਕੇ ਮਨ ਵਿੱਚ ਸੋਚਿਆ ਕਿ ਮੈਂ ਅੱਧਾ ਰਾਜ ਭਾਗ ਕੀ ਮੈਂ ਤਾਂ ਉਸ ਨੂੰ ਸਾਰਾ ਹੀ ਦੇ ਦੇਵਾਂਗਾ। ਤਾਂ ਉਧਰ ਧਰੁਵ ਭਗਤ ਤਪ ਕਰਦਾ ਹੋਇਆ ਇੱਕ ਲੱਤ 'ਤੇ ਖੜਾ ਹੋ ਕੇ ਉਸ ਪਰਮਾਤਮਾ ਦੀ ਆਰਾਧਨਾ ਕਰੀ ਜਾ ਰਿਹਾ ਹੈ, ਉਸ ਪਰਮਾਤਮਾ ਨੂੰ ਯਾਦ ਕਰੀ ਜਾ ਰਿਹਾ ਹੈ। ਤਾਂ ਸਾਰੇ ਦੇਵੀ ਦੇਵਤੇ ਉਸ ਪਰਮਾਤਮਾ ਦੇ ਕੋਲ ਜਾਂਦੇ ਹਨ ਅਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਨ ਕਿ ਹੇ ਪਾਤਸ਼ਾਹ, ਸਾਡੇ ਤੁਸੀਂ ਸਾਹ ਕਿਉਂ ਰੋਕ ਲਏ ਹਨ ਅਤੇ ਸੰਸਾਰ ਵੀ ਬੜਾ ਦੁਖੀ ਹੋ ਰਿਹਾ ਹੈ, ਉਸ ਨੂੰ ਵੀ ਤੁਸੀਂ ਸੁਖੀ ਕਰ ਦੇਵੋ। ਤਾਂ ਪਰਮਾਤਮਾ ਕਹਿਣ ਲੱਗਾ, ਤੁਸੀਂ ਡਰੋ ਨਾ ਕਿ ਤੁਹਾਡੇ ਦੁੱਖਾਂ ਦਾ ਨਾਸ਼ ਛੇਤੀ ਹੀ ਹੋ ਜਾਵੇਗਾ। ਮੇਰੇ ਇੱਕ ਬਾਲ ਭਗਤ ਨੇ ਹਠ ਤਪ ਕੀਤਾ ਹੈ, ਕਠੋਰ ਤਪੱਸਿਆ ਕੀਤੀ ਹੈ। ਹੁਣ ਅਸੀਂ ਉਸ ਦੇ ਕੋਲ ਜਾਂਦੇ ਹਾਂ ਤਾਂ ਤੁਹਾਡੇ ਸਾਰਿਆਂ ਦੇ ਰੁਕੇ ਹੋਏ ਸਾਹ ਚੱਲ ਪੈਣਗੇ। ਤਾਂ ਪਰਮਾਤਮਾ ਦੀ ਗੱਲ ਸੁਣ ਕੇ ਸਾਰੇ ਦੇਵੀ ਦੇਵਤੇ ਵਾਪਸ ਚਲੇ ਜਾਂਦੇ ਹਨ ਅਤੇ ਪ੍ਰਭੂ ਗਰੂੜ 'ਤੇ ਚੜ੍ਹ ਕੇ ਉੱਥੇ ਆ ਜਾਂਦੇ ਹਨ। ਉੱਥੇ ਪਹੁੰਚ ਜਾਂਦੇ ਹਨ ਜਿੱਥੇ ਧਰੁਵ ਤਪੱਸਿਆ ਕਰ ਰਿਹਾ ਸੀ। ਉਹ ਸਮਾਧੀ ਦੇ ਵਿੱਚ ਵਿਲੀਨ ਹੋਇਆ ਬੈਠਾ ਸੀ ਅਤੇ ਉਸ ਪਰਮਾਤਮਾ ਨੂੰ ਯਾਦ ਕਰ ਰਿਹਾ ਸੀ। ਤਾਂ ਇੰਨੇ ਨੂੰ ਧਰੁਵ ਭਗਤ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਜਿਹੜਾ ਸਰੂਪ ਉਹਦੇ ਅੰਦਰ ਨਜ਼ਰ ਆ ਰਿਹਾ ਸੀ ਉਹੀ ਉਸਨੇ ਆਪਣੇ ਸਾਹਮਣੇ ਦੇਖਿਆ। ਤਾਂ ਉਸ ਨੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੇ। ਉਹ ਪਰਮਾਤਮਾ ਦੇ ਦਰਸ਼ਨ ਪਾ ਕੇ ਨਿਹਾਲ ਹੋ ਗਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ? ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।